श्री वाहिगुरु जी। एक ओंकार सतनाम करता पुरख निरभव निरवैर अकाल मूरत अजूनी सैभं गुर प्रसाद चकर चिहन अर बरन जात अर पात नहन जेहे रूप रंग अर रेख देख को कह न सकत कहे अचल मूरत अनभव प्रकाश हम तोज कह जय कोट इंद्र इंद्राण साहे साहान गण जय तरे भवन महीप सुर नर असुर नेत नेत बन तृण कहत तब सर्ब नाम कथय कवन कर्म नाम वर्णत सुमत पाति तोरे मालनी पाति पाति जियो जिस पाहन को पाति तोरे सो पाहन निर्जियो भोली मालनी है एओ सतगुर जागता है देव ब्रह्मपाति विष्णु डारी फूल शंकर देव तीन देव पर तख तोरै करह किसकी सेव पाखान गढ़ कै मूरत कीनी देख छाती पाओ जे एह मूरत साची है तो गढ़नहारै खाओ पात पहते अर लापसी कर करा का सार भोगन हार भोगया इस मूरत कै मुख छार मालन भूली जग भुलाना हम भुलाने नाहे कह कबीर हम राम राखे कृपा कर हर राय कह कबीर हम राम राखे कृपा कर हर राय हम अवगुण भरे एक गुण नाही अमृत छाड़ बिख खाई माया फूले प्रीत लगाई एक उत्तम पंथ सुनो गुर संगत तेह मिलंत जम एक अरदास पाठ कीरत की गुर रामदास शरणाई सुकहो टल गुर सेविय अहनस सहज शोभाए दर्शन परस गुरु का जन्म मरण दुख जाए सिफत खसामदी नूर अरसों कुरसों चट्टिया तुद डठ सच्चे पातशाह मल जन्म जन्म दी कट्टिया सज्जन सच्चा पातशाह
ਸਿਰ ਸ਼ਾਹਾਂਦੈ ਸ਼ਾਹੋ। ਜਿਸ ਪਾਸ ਬੈਠਿਆ ਸੋਹੀ ਹੈ ਸਭਨਾ ਦਾ ਵਿਸਾਹੋ। ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਬਿਲਾਵਲ ਮਹੱਲਾ ਪੰਜਵਾ। ਸਹਿਜ ਸਮਾਧ ਆਨੰਦ ਸੁਖ ਪੂਰੀ ਗੁਰ ਦੀਨਾ। ਸਦਾ ਸਹਾਈ ਸੰਗ ਪ੍ਰਭ ਅੰਮ੍ਰਿਤ ਗੁਣ ਚੀਨਾ। ਸਹਿਜ ਸਮਾਧ ਆਨੰਦ ਸੁਖ ਪੂਰੀ ਗੁਰ ਦੀਨਾ। ਸਦਾ ਸਹਾਈ ਸੰਗ ਪ੍ਰਭ ਅੰਮ੍ਰਿਤ ਗੁਣ ਚੀਨਾ। ਰਹਾਉ ਜੈ ਜੈਕਾਰ ਜਗਤ ਮਹਿ ਲੋਚਹਿ ਸਭ ਜੀਆ। ਸੋ ਪ੍ਰਸੰਨ ਭਏ ਸਤਿਗੁਰ ਪ੍ਰਭੂ ਕਾਛ ਬਿਘਨ ਨਾ ਥੀਆ। ਜਾ ਕਾ ਅੰਗ ਦਇਆਲ ਪ੍ਰਭ ਤਾਕੇ ਸਭ ਦਾਸ। ਸਦਾ ਸਦਾ ਵਡਿਆਈਆ ਨਾਨਕ ਗੁਰ ਪਾਸ। ਜਾ ਕਾ ਅੰਗ ਦਇਆਲ ਪ੍ਰਭ ਤਾਕੇ ਸਭ ਦਾਸ। ਸਦਾ ਸਦਾ ਵਡਿਆਈਆ ਨਾਨਕ ਗੁਰ ਪਾਸ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਸਨਮਾਨਯੋਗ ਗੁਰੂ ਕੀ ਸਾਜੀ ਔਰ ਨਿਵਾਜੀ ਹੋਏ ਗੁਰੂ ਕਾ ਖਾਸ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ ਧੰਤਾ ਦੇ ਪਾਤਰ ਹੋ। ਅੰਮ੍ਰਿਤ ਵੇਲੇ ਤੋਂ ਸਤਿਗੁਰੂ ਨੌਵੇਂ ਪਾਤਸ਼ਾਹ ਦੇ ਪਾਵਨ ਪਵਿੱਤਰ ਸੱਚਖੰਡ ਦਰਬਾਰ ਗੁਰਦੁਆਰਾ ਸ੍ਰੀ ਦੁੱਖ ਨਿਵਾਰਨ ਸਾਹਿਬ ਜੀ ਵਿਖੇ ਹਾਜ਼ਰੀਆਂ ਭਰ ਕੇ ਦੇਨ ਦੁਨੀਆ ਦੇ ਮਾਲਕ ਚਬਰ ਛਤਰ ਤਖਤ ਦੇ ਮਾਲਕ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੇ ਦਰਸ਼ਨ ਦੀਦਾਰ ਪਰਸ ਰਹੇ ਹੋ। दर्श परस कीनो गुरु ग्रंथ महाराज जो के पाप जन्मांतर के पूर्ण रूप धारते। धन गुरु ग्रंथ साहिब जी महाराज जी दे दर्शन परसने नाल जन्म जन्मांतरां दे कीते पाप पुन्नां विच तब्दील हो जांदे हन। तुरकी बाणी अकाली बाणी पढ़न सुनन ते विचारन दा सुभाग गुरु पातशाह की कृपा सदका सानू सारियां नू प्राप्त हो रहा है। रब्बी बाणी आसा जी दी वार दे शब्द कीर्तन
ਰਾਗੀ ਸਿੰਘਾਂ ਦੀ ਰਸਨਾ ਤੋਂ ਆਪ ਜੀ ਨੇ ਸਰਵਣ ਕੀਤੇ ਹਨ। ਉਪਰੰਤ ਸਤਿਗੁਰਾਂ ਵੱਲੋਂ ਬਖਸ਼ਿਸ਼ ਕੀਤੇ ਗਏ ਪਾਵਨ ਮਹਾਵਾਕ ਮੁੱਖ ਵਾਕ ਹੁਣੇ ਹੁਣੇ ਭਾਈ ਸਾਹਿਬ ਜੀ ਦੀ ਰਸਨਾ ਤੋਂ ਆਪ ਜੀ ਨੇ ਸਰਵਣ ਕੀਤੇ ਹਨ। ਆਓ ਮਨ ਬਿਰਤੀਆਂ ਇਕਾਗਰ ਕਰਕੇ ਸਤਿਗੁਰਾਂ ਦੇ ਸ਼ਬਦ ਦੇ ਵਿਚਾਰ ਨਾਲ ਜੁੜੀਏ। ਸੁਰਤੀ ਬਿਰਤੀ ਨੂੰ ਇਕਾਗਰ ਕਰਨ ਲਈ ਗੁਰੂ ਚਰਨਾਂ ਵਿੱਚ ਹਾਜ਼ਰੀਆਂ ਲਵਾਉਣ ਲਈ ਆਖੋ ਜੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਬਿਲਾਵਲ ਮਹੱਲਾ ਪੰਜਵਾ। ਸਹਜ ਸਮਾਧ ਆਨੰਦ ਸੁਖ ਪੂਰੀ ਗੁਰ ਦੀਨ। ਬਿਲਾਵਲ ਰਾਗ ਹੈ। ਪੰਜਵੇਂ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਦਾ ਉਚਾਰਨ ਕੀਤਾ ਗਿਆ ਪਾਵਨ ਪਵਿੱਤਰ ਸ੍ਰੀ ਮੁਖਵਾਕ ਸ਼ਬਦ ਹੈ। ਸਹਿਜ ਸਮਾਧ, ਸਹਿਜ ਵਿੱਚ ਜਿਹੜੀ ਸਮਾਧੀ ਲੱਗਣੀ। ਸਹਿਜ ਦਾ ਅਰਥ ਹੁੰਦਾ ਗਿਆਨ। ਜਿੱਥੇ ਜਾ ਕੇ ਦੁੱਖ ਤੇ ਸੁੱਖ ਵਿੱਚ ਇੱਕ ਸਮਾਨ ਬਿਰਤੀ ਬਣ ਜਾਂਦੀ ਹੈ। ਹਰਖ ਸੋਗ ਸੁਖ ਦੁੱਖ ਮਾਣ ਅਪਮਾਨ ਉਸਤਤ ਨਿੰਦਾ, ਇਸ ਦਵੰਦ ਤੋਂ ਰਹਿਤ ਹੋ ਜਾਈਦਾ, ਉਹਨੂੰ ਸਹਿਜ ਦੀ ਅਵਸਥਾ ਕਹਿੰਦੇ। ਜਿੱਥੇ ਜਾ ਕੇ ਸੰਕਲਪ ਵਿਕਲਪ ਵਿਨਸ ਜਾਂਦੇ ਨੇ, ਜਿੱਥੇ ਕੋਈ ਫੁਰਨਾ ਕਫੁਰਨਾ ਨਹੀਂ ਰਹਿ ਜਾਂਦਾ, ਉਸ ਅਵਸਥਾ ਦਾ ਨਾਮ ਹੈ ਸਹਿਜ। ਜਿਹਦੇ ਬਾਰੇ ਸਮਝਣਾ ਹੋਵੇ ਤਾਂ ਮੇਰੇ ਵਿਦਿਆ ਦਾਤੇ ਨੇ ਇਸ ਤਰ੍ਹਾਂ ਸਮਝਾਇਆ। ਉਹ ਕਹਿਣ ਲੱਗੇ ਕਿ ਇਸ ਤਰ੍ਹਾਂ ਹੈ ਕਿ ਜਿਵੇਂ ਮਨ ਵਿੱਚ ਫੁਰਨਾ ਫੁਰਦਾ ਹੈ, ਸੰਕਲਪ ਉੱਠਦਾ, ਇੱਕ ਫੁਰਨਾ ਉੱਠਦਾ ਦੂਜਾ ਨਾਲ ਹੀ ਚੱਲ ਪੈਂਦਾ, ਹਾਲੇ ਦੂਜਾ ਸਮਾਪਤ ਨਹੀਂ ਹੁੰਦਾ ਤੀਜਾ ਚੱਲ ਪੈਂਦਾ। ਕਿਉਂਕਿ ਮਨ ਹੈ ਹੀ ਫੁਰਨਿਆਂ ਦਾ ਸਮੁਦਾਇ। ਫੁਰਨੇ ਉੱਠਦੇ ਨੇ ਮਿਟਦੇ ਨੇ, ਫਿਰ ਉੱਠਦੇ ਨੇ ਫਿਰ ਮਿਟਦੇ ਨੇ। ਇੱਕ ਫੁਰਨਾ ਉੱਠਿਆ ਸਮਾਪਤ ਹੋਇਆ, ਦੂਜਾ ਸ਼ੁਰੂ ਹੋਣਾ। ਉਹਦੇ ਵਿਚਕਾਰ ਜਿਹੜਾ ਸਮਾਂ, ਉਹਨੂੰ ਤੁਸੀਂ ਆ ਘੜੀਆਂ ਦੇ ਟਾਈਮ ਦੇ ਮੁਤਾਬਕ ਵੀ ਮਾਪ ਨਹੀਂ ਸਕਦੇ ਵੀ ਕਿੰਨਾ ਘੱਟ ਸਮਾਂ ਹੁੰਦਾ। ਇੱਕ ਫੁਰਨਾ ਸ਼ਾਂਤ ਹੋਇਆ, ਦੂਜਾ ਉੱਠਣਾ, ਉਹਦੇ ਵਿਚਕਾਰ ਜਿਹੜੀ ਖਾਲੀ ਜਗ੍ਹਾ ਰਹਿ ਜਾਂਦੀ ਹੈ ਥੋੜੀ ਜਿਹੀ, ਸਾਧਨਾ ਕਰਨ ਵਾਲਾ ਸਾਧਕ ਉਸ ਨੂੰ ਪਕੜਦਾ, ਉਹਨੂੰ ਸੁੰਨਿਆ ਅਵਸਥਾ ਕਹਿੰਦੇ, ਸ਼ੁੰਨ, ਜਿਹਦੇ ਬਾਰੇ ਪਾਤਸ਼ਾਹ ਕਹਿੰਦੇ ਅੰਤਰ ਸੁੰਨੰ, ਵੀ ਜਿੱਥੇ ਕੋਈ ਫੁਰਨਾ ਨਹੀਂ ਹੁੰਦਾ। ਹਾਲੇ ਦੂਜਾ ਫੁਰਨਾ ਉੱਠਣਾ, ਪਹਿਲਾ ਸ਼ਾਂਤ ਹੋਇਆ, ਵਿਚਕਾਰ ਜਿਹੜੀ ਉਹ ਖਾਲੀ ਜਗ੍ਹਾ ਹੈ ਉਹਨੂੰ ਪਕੜਨਾ ਸਾਧਨਾ ਨਾਲ। ਜਦੋਂ ਉਹਨੂੰ ਪਕੜ ਲਿਆ, ਉੱਥੇ ਜਾ ਕੇ ਟਿਕ ਗਏ, ਉੱਥੇ ਸੁਰਤ ਟਿਕਾ ਲਈ, ਅਗਲਾ ਫੁਰਨਾ ਉੱਠਿਆ ਹੀ ਨਹੀਂ, ਪਹਿਲਾਂ ਸ਼ਾਂਤ ਹੋ ਗਿਆ, ਵਿਚਕਾਰਲੀ ਉਹ ਖਾਲੀ ਜਗ੍ਹਾ ਨੂੰ ਤੁਸੀਂ ਗ੍ਰਹਿਣ ਕਰ ਲਿਆ, ਉਹਨੂੰ ਕਹਿੰਦੇ ਨੇ ਸਹਿਜ ਗਿਆਨ ਦੀ ਅਵਸਥਾ। ਉਸ ਸਹਿਜ ਦੇ ਵਿੱਚ ਜਾ ਕੇ ਸਮਾਧੀ ਲੱਗ ਜਾਣੀ, ਉੱਥੇ ਜਾ ਕੇ ਸਥਿਤੀ ਹੋ ਜਾਣੀ। ਸਮਾਧੀ ਮਤਲਬ ਟਿਕਾ ਹੋ ਜਾਣਾ, ਉੱਥੇ ਜਾ ਕੇ ਟਿਕ ਜਾਣਾ। ਕਹਿੰਦੇ ਐਸਾ ਸਹਿਜ ਦੀ ਸਮਾਧੀ ਦਾ ਸੁੱਖ ਔਰ ਹਿਰਦੇ ਦਾ ਆਨੰਦ ਮੇਰੇ ਪੂਰੇ ਗੁਰੂ ਨੇ ਮੈਨੂੰ ਦੇ ਦਿੱਤਾ, ਬਖਸ਼ ਦਿੱਤਾ। ਸਹਿਜ ਦੀ ਸਮਾਧੀ ਪ੍ਰਦਾਨ ਕੀਤੀ ਹੈ। ਗੁਰਸਿੱਖ ਦੀ ਸਮਾਧੀ ਸੁਤੇ ਸਿੱਧ ਲੱਗੀ ਰਹਿੰਦੀ ਹੈ।
ਸੰਸਾਰ ਦਾ ਕੋਈ ਵੀ ਕਾਰ ਵਿਹਾਰ ਕਰ ਰਿਹਾ, ਕਿਸੇ ਵੀ ਕੰਮ ਦੇ ਵਿੱਚ ਉਹ ਤੁਹਾਨੂੰ ਸਰੀਰਕ ਤੌਰ ਤੇ ਪ੍ਰਵਿਰਤ ਨਜ਼ਰ ਆ ਰਿਹਾ ਹੈ, ਪਰ ਉਹਦੇ ਹਿਰਦੇ 'ਚ ਸਮਾਧੀ ਲੱਗੀ ਹੋਈ ਹੈ। ਇਹਨੂੰ ਸਹਿਜ ਸਮਾਧੀ ਕਹਿੰਦੇ ਆ। ਗੁਰੂ ਘਰ ਦਾ ਜਿਹੜਾ ਮਾਰਗ ਹੈ ਨਾ, ਇਹ ਸਹਿਜ ਮਾਰਗ ਹੈ। ਇੱਥੇ ਹੱਠ ਨੂੰ ਥਾਂ ਨਹੀਂ ਹੈ, ਸਹਿਜ ਨੂੰ, ਜੋ ਸੁੱਤੇ ਸਿੱਧ ਸੁਭਾਵਕ ਹੁੰਦਾ ਚਲਿਆ ਜਾਏ। ਤੋ ਸਹਿਜ ਦੇ ਵਿੱਚ ਸਮਾਧੀ ਲੱਗ ਜਾਣੀ, ਸਹਿਜ ਵਿੱਚ ਟਿਕਾ ਹੋ ਜਾਣਾ, ਸਹਿਜ ਦੇ ਵਿੱਚ ਸਥਿਤੀ ਹੋ ਜਾਣੀ, ਤਾਂ ਫਿਰ ਹਿਰਦਾ ਆਨੰਦ ਨਾਲ ਭਰ ਜਾਂਦਾ। ਐਸਾ ਸੁਖ ਪ੍ਰਾਪਤ ਹੋ ਜਾਂਦਾ ਹੈ, ਜਿਸ ਸੁਖ ਨੂੰ ਪ੍ਰਾਪਤ ਕਰਕੇ ਜਨਮ ਤੇ ਮਰਨ ਦੇ ਦੁੱਖ ਦੀ ਨਿਵਰਤੀ ਹੋ ਜਾਂਦੀ ਹੈ। ਇਹ ਸਾਰਾ ਕੁਝ ਮੇਰੇ ਪੂਰੇ ਗੁਰੂ ਨੇ ਮੈਨੂੰ ਦੇ ਦਿੱਤਾ, ਬਖਸ਼ ਦਿੱਤਾ, ਕੋਈ ਕਮੀ ਛੱਡੀ ਨਹੀਂ। ਉਹਦੇ ਕੋਲ ਕੋਈ ਕਮੀ ਰਹਿੰਦੀ ਨਹੀਂ। ਜਿਸ ਦਾ ਸੁਆਮੀ ਐਸਾ ਬਲੀ ਹੋਵੇ, ਜਾ ਕਾ ਮੀਤ ਸਾਜਨ ਹੈ ਸਮੀਆਂ, ਤਿਸ ਜਨ ਕੋ ਕਹੋ ਕਾਕੀ ਕਮੀਆਂ। ਉਹਨੂੰ ਫਿਰ ਕੋਈ ਕਮੀ ਰਹਿ ਹੀ ਨਹੀਂ ਜਾਂਦੀ। ਤੋ ਮੇਰੇ ਪੂਰੇ ਗੁਰੂ ਨੇ ਮੇਰੇ ਤੇ ਤਰਸ ਕਰਕੇ, ਦਇਆ ਕਰਕੇ, ਰਹਿਮਤ ਕਰਕੇ ਮੈਨੂੰ ਇਹ ਆਨੰਦ, ਸਹਿਜ ਸੁਖ, ਸਹਿਜ ਦੇ ਵਿੱਚ ਸਥਿਤੀ ਤੇ ਟਿਕਾ, ਉਹ ਮੇਰੇ ਪੂਰੇ ਗੁਰੂ ਨੇ ਮੈਨੂੰ ਬਖਸ਼ ਦਿੱਤਾ ਹੈ। ਸਦਾ ਸਹਾਈ ਸੰਗ ਪ੍ਰਭ ਅੰਮ੍ਰਿਤ ਗੁਣ ਚੀਨ। ਮੇਰੇ ਪ੍ਰਭੂ ਜੀ ਮੇਰੇ ਸਦਾ ਹੀ ਸਹਾਈ ਨੇ, ਔਰ ਮੇਰੇ ਨਾਲ ਹਨ, ਅੰਗ ਸੰਗ ਹਨ, ਮਦਦਗਾਰ ਵੀ ਨੇ, ਹਰ ਜਗ੍ਹਾ ਤੇ ਸਹਾਇਤਾ ਕਰਦੇ ਨੇ, ਹਰ ਥਾਂ ਤੇ, ਸਭ ਥਾਈ ਹੋਏ ਸਹਾਏ। ਕੋਈ ਐਸੀ ਥਾਂ ਨਹੀਂ ਜਿੱਥੇ ਸਹਾਇਤਾ ਨਾ ਪਹੁੰਚਦੀ ਹੋਵੇ ਸਤਿਗੁਰਾਂ ਦੀ। ਮੇਰੇ ਸਾਹਿਬ ਜੀ ਸਦਾ ਹੀ ਸਹਾਈ ਨੇ, ਔਰ ਸਦਾ ਹੀ ਮੇਰੇ ਸੰਗ ਨੇ, ਮੇਰੇ ਨਾਲ ਨੇ। ਸੰਗ ਪ੍ਰਭ, ਸਦਾ ਹੀ ਸੰਗ ਨੇ। ਅੰਮ੍ਰਿਤ ਗੁਣ ਚੀਨ, ਮੈਂ ਆਪਣੇ ਸਾਹਿਬ ਦੇ ਜਿਹੜੇ ਅੰਮ੍ਰਿਤ ਰੂਪੀ ਗੁਣ ਨੇ, ਦੁਨੀਆ ਦੇ ਗੁਣੀ ਮਨੁੱਖਾਂ ਦੇ ਗੁਣ ਉਹਨਾਂ ਦੇ ਬਿਨਸਣ ਨਾਲ ਹੀ ਬਿਨਸ ਜਾਂਦੇ ਨੇ। ਕਿਸੇ ਬੰਦੇ ਕੋਲ ਕੋਈ ਹੁਨਰ ਹੁੰਦਾ ਹੈ, ਉਹ ਬਿਨਸਦਾ, ਉਹਦਾ ਹੁਨਰ ਉਹਦੇ ਨਾਲ ਹੀ ਸਮਾਪਤ ਹੋ ਜਾਂਦਾ। ਪਰ ਪਾਰ ਬ੍ਰਹਮ ਪਰਮੇਸ਼ਰ ਦੇ ਹੁਨਰ, ਪਰਮੇਸ਼ਰ ਦੇ ਗੁਣ, ਉਹ ਅੰਮ੍ਰਿਤ ਗੁਣ ਕਹੇ ਨੇ, ਕਿਉਂਕਿ ਉਹ ਕਦੇ ਬਿਨਸਦੇ ਨਹੀਂ। ਕਾਰਨ ਹੈ ਕਿਉਂਕਿ ਜਿਸ ਦੇ ਗੁਣ ਨੇ ਉਹ ਵੀ ਕਦੇ ਨਹੀਂ ਬਿਨਸਦਾ, ਬਨਾਸੀ ਹੈ। ਇਸ ਕਰਕੇ ਅੰਮ੍ਰਿਤ ਗੁਣ ਕਿਹਾ। ਨਿਰੰਕਾਰ ਵਾਹਿਗੁਰੂ ਪਰਮੇਸ਼ਰ ਦੇ ਜਿਹੜੇ ਅੰਮ੍ਰਿਤ ਗੁਣ ਨੇ, ਉਹ ਮੈਂ ਛੀਨ ਕਹੀਏ ਵੇਖੇ ਹਨ, ਜਾਣੇ ਹਨ। ਰਹਾਉ ਜੈ ਜੈਕਾਰ ਜਗਤਰ ਮਹਿ, ਲੋਚਹਿ ਸਭ ਜੀਆ। ਜਿਹੜੇ ਰੱਬ ਦੇ ਪਿਆਰੇ ਹਨ, ਉਹਨਾਂ ਦੀ ਜੈ ਜੈਕਾਰ ਸਾਰੇ ਜਗਤ ਵਿੱਚ ਹੁੰਦੀ ਹੈ। ਉਹਨਾਂ ਦੀ ਸੋਭਾ ਸਾਰੇ ਸੰਸਾਰ 'ਚ ਸੁੱਤੇ ਸਿੱਧ ਪ੍ਰਗਟ ਹੋ ਜਾਂਦੀ ਹੈ। ਜੈ ਜੈਕਾਰ ਜਗਤਰ ਮਹਿ, ਸਾਰੇ ਜਗਤ ਵਿੱਚ ਉਹਨਾਂ ਦੀ ਸੋਭਾ, ਉਹਨਾਂ ਦੀ ਵਡਿਆਈ ਹੈ। ਉਹਨਾਂ ਦੀ ਸਿਫਤਾਂ ਦੇ ਨਾਦ ਗੂੰਜਦੇ ਨੇ ਸਾਰੇ ਜਗਤ ਵਿੱਚ। ਜਿਹੜੇ ਰੱਬ ਦੇ ਪਿਆਰੇ ਨੇ, ਉਹਨਾਂ ਦੀ ਸੋਭਾ ਸੁੱਤੇ ਸਿੱਧ ਹੀ ਹੁੰਦੀ ਹੈ। ਉਹ ਕਾਂਖਾ ਨਹੀਂ ਰੱਖਦੇ ਸਾਡੀ ਵਡਿਆਈ ਹੋਵੇ, ਸਾਡੀ ਸੋਭਾ ਹੋਵੇ। ਉਹ ਤਾਂ ਆਪਣੇ ਰੱਬ ਦੇ ਰੰਗਾਂ ਵਿੱਚ, ਭਜਨ ਦੇ ਰੰਗ ਵਿੱਚ ਰੰਗੇ ਰਹਿੰਦੇ। ਸੁੱਤੇ ਸਿੱਧ ਉਹਨਾਂ ਦੀ ਸੋਭਾ ਪ੍ਰਗਟ ਹੋ ਜਾਂਦੀ ਸੰਸਾਰ 'ਚ। ਕੋਈ ਵੀ ਫੁੱਲ ਖਿੜਦਾ, ਉਹ ਇਹ ਸੋਚ ਕੇ ਨਹੀਂ ਖਿੜਦਾ ਕਿ ਮੈਂ ਸੁਗੰਧੀ ਦਾ ਫੈਲਾਓ ਕਰਨਾ। ਜਦੋਂ ਖਿੜਦਾ ਹੈ ਤੇ ਸੁੱਤੇ ਸਿੱਧ ਉਹਦੀ ਸੁਗੰਧੀ ਉਹਦੇ ਖਿੜਾਓ ਨਾਲ ਆਪਣੇ ਆਪ ਫੈਲ ਜਾਂਦੀ ਹੈ। ਰੱਬ ਦੇ ਪਿਆਰੇ ਇੱਛਾ ਨਹੀਂ ਰੱਖਦੇ ਕਿ ਸਾਡੀ ਸੋਭਾ ਹੋਵੇ, ਪਰ ਨਿਰੰਕਾਰ ਦੀ ਬੰਦਗੀ ਕਰਦਿਆਂ ਉਹਨਾਂ ਦੀ ਜਿਹੜੀ ਸੋਭਾ ਹੈ, ਉਹ ਸੁੱਤੇ ਸਿੱਧ ਹੀ ਸੰਸਾਰ ਦੇ ਵਿੱਚ ਉਜਾਗਰ ਹੋ ਜਾਂਦੀ ਹੈ। ਜਦੋਂ ਉਹਨਾਂ ਅੰਦਰ ਵਿਗਾਸ ਪੈਦਾ ਹੁੰਦਾ, ਤਾਂ ਉਸ ਵਿਗਾਸ ਨਾਲ ਸੁੱਤੇ ਸਿੱਧ ਉਹਨਾਂ ਦੀ ਮਹਿਕ, ਸੁਗੰਧੀ, ਯਾਨੀ ਕਿ ਉਹਨਾਂ ਦਾ ਜਸ, ਉਹਨਾਂ ਦੀ ਸੋਭਾ, ਪੁੰਨਿਆਂ ਦੀ ਚੰਦਰਮਾ ਦੀ ਪੂਰਨਮਾਸ਼ੀ ਦੇ ਚੰਦਰਮਾ ਦੀ ਚਾਂਦਣੀ ਦੇ ਸਮਾਨ ਸਾਰੇ ਜਗਤ ਵਿੱਚ ਆਪਣੇ ਆਪ ਪਸਰ ਜਾਂਦੀ ਹੈ।
ਸੁਤੇ ਸਿੱਧ। ਔਰ ਉਹਨਾਂ ਦੇ ਦਰਸ਼ਨ ਕਰਨ ਦੀ ਕਾਂਖਾ ਸਾਰਾ ਜਗਤ ਰੱਖਦਾ। ਲੋਚਾ ਸਭ ਜੀ ਆ, ਜਿਤਨੇ ਸੰਸਾਰ ਦੇ ਜੀ ਨੇ ਉਹਨਾਂ ਦੇ ਦਰਸ਼ਨਾਂ ਦੀ ਕਾਂਖਾ ਰੱਖਦੇ ਨੇ ਕਿ ਇਹੋ ਜਿਹੇ ਰੱਬ ਦੇ ਪਿਆਰਿਆਂ ਦੇ ਸਾਨੂੰ ਦਰਸ਼ਨ ਹੋ ਜਾਣ। ਉਹ ਆਪਣੇ ਰੱਬੀ ਰੰਗਾਂ ਵਿੱਚ ਰੰਗੇ, ਕਿਸੇ ਨੂੰ ਮਿਲਣ ਦੀ ਖਾਹਿਸ਼ ਨਹੀਂ ਰੱਖਦੇ ਰੱਬ ਦੇ ਪਿਆਰੇ, ਕਿਸੇ ਨੂੰ ਮਿਲੀਏ, ਪਰ ਉਹਨਾਂ ਦੇ ਦਰਸ਼ਨਾਂ ਦੀ ਕਾਂਖਾ ਸਾਰਾ ਜਗਤ ਲੋੜਦਾ, ਸਾਰਾ ਜਗਤ ਚਾਹੁੰਦਾ ਕਿ ਰੱਬੀ ਰੰਗਾਂ ਦੇ ਵਿੱਚ ਰੰਗੇ ਹੋਏ ਗੁਰਮੁਖ ਰੂਹਾਂ ਦੇ ਦੀਦਾਰ ਹੋ ਜਾਣ, ਉਹਨਾਂ ਦੇ ਮੇਲੇ ਹੋ ਜਾਣ, ਉਹਨਾਂ ਦੇ ਦਰਸ਼ਨ ਹੋ ਜਾਣ ਤੇ ਸਾਡਾ ਜੀਵਨ ਸਕਾਰਥਾ ਹੋ ਜਾਏ। ਇਸੇ ਕਰਕੇ ਅਸੀਂ ਨਿਤ ਅਰਦਾਸ ਕਰਦੇ ਹਾਂ, ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚਿਤ ਆਵੇ। ਇਹ ਕਾਂਖਾ, ਇਹ ਅਰਜ਼ੋਈ ਅਸੀਂ ਗੁਰੂ ਸਾਹਿਬ ਦੇ ਚਰਨਾਂ 'ਚ ਕਰਦੇ ਕਿ ਮਹਾਰਾਜ ਆਪਣੇ ਬਖਸ਼ਿਆ ਹੋਇਆਂ ਦਾ ਮੇਲਾ ਸਾਨੂੰ ਪ੍ਰਦਾਨ ਕਰੋ। ਤੁਹਾਡੇ ਬਖਸ਼ੇ ਹੋਏ ਜਦੋਂ ਮਿਲਣਗੇ, ਹੋ ਸਕਦਾ ਅਸੀਂ ਵੀ ਬਖਸ਼ੇ ਜਾਈਏ, ਸਾਡੇ ਗੁਨਾਹ ਵੀ ਬਖਸ਼ੇ ਜਾਣ। ਫਰੀਦਾ ਤੁਰਿਆ ਤੁਰਿਆ ਜਾ, ਜੇ ਕੋਈ ਮਿਲ ਜੇ ਬਖਸ਼ਿਆ ਤਾਂ ਤੂੰ ਵੀ ਬਖਸ਼ਿਆ ਜਾ। ਕੋਈ ਬਖਸ਼ੀ ਰੱਬ ਦੀ ਰੂਹ ਮਿਲ ਜਾਏ, ਤੈਨੂੰ ਪ੍ਰਾਪਤ ਹੋ ਜਾਏ, ਹੋ ਸਕਦਾ ਤੇਰੇ ਗੁਨਾਹ ਵੀ ਬਖਸ਼ੇ ਜਾਣ, ਤੂੰ ਵੀ ਬਖਸ਼ਿਆ ਜਾਏ। ਤੋ ਰੱਬ ਦੇ ਪਿਆਰਿਆਂ ਦੀ ਜੈ ਜੈਕਾਰ ਦਾ ਨਾਦ ਸਾਰੇ ਜਗਤ ਵਿੱਚ ਗੂੰਜਦਾ ਹੈ, ਔਰ ਉਹਨਾਂ ਦੇ ਦਰਸ਼ਨਾਂ ਦੀ ਕਾਂਖਾ ਸਾਰਾ ਸੰਸਾਰ ਰੱਖਦਾ ਹੈ। ਸੋ ਪ੍ਰਸੰਨ ਭਏ ਸਤ ਗੁਰ ਪ੍ਰਭੂ, ਕਛ ਬਿਘਨ ਨਾ ਥੀਆ। ਸਤਿਗੁਰੂ ਜੀ ਉਹਨਾਂ ਤੇ ਵਿਸ਼ੇਸ਼ ਕਰਕੇ ਪ੍ਰਸੰਨ ਹੁੰਦੇ ਆ, ਇਹੋ ਜਿਹੇ ਪਿਆਰਿਆਂ ਤੇ। ਸੋ ਪ੍ਰਸੰਨ ਦਾ ਮਤਲਬ ਵਿਸ਼ੇਸ਼ ਕਰਕੇ ਪ੍ਰਸੰਨ ਹੋਣਾ। ਤੁਸੀਂ ਆਖੋਗੇ ਕਿ ਸਤਿਗੁਰਾਂ ਦੀ ਪ੍ਰਸੰਨਤਾ ਵੀ ਕਿਸੇ ਤੇ ਵਿਸ਼ੇਸ਼ ਤੇ ਕਿਸੇ ਤੇ ਘੱਟ ਹੁੰਦੀ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਇਹ ਤਾਂ ਫਿਰ ਦਵੰਦ ਵਾਲੀ ਬਿਰਤੀ ਨਾ ਹੋ ਗਈ ਵੀ ਕਿਸੇ ਤੇ ਬਹੁਤ ਸੁਪ੍ਰਸੰਨਤਾ ਕਰ ਦਿੱਤੀ, ਕਿਸੇ ਦੇ ਘੱਟ। ਇੱਥੇ ਸੋ ਪ੍ਰਸੰਨ ਸ਼ਬਦ ਦਾ ਅਰਥ ਹੈ ਵੀ ਵਿਸ਼ੇਸ਼ ਕਰਕੇ ਜਿਹਦੇ ਤੇ ਪ੍ਰਸੰਨ ਹੋਣ। ਸੂਰਜ ਦੀ ਰੋਸ਼ਨੀ ਸਾਰੇ ਪਾਸੇ ਪੈ ਰਹੀ ਹੈ, ਪਰ ਸ਼ੀਸ਼ੇ ਵਿੱਚ ਜਦੋਂ ਪੈਂਦੀ ਆ ਤਾਂ ਉਹਦੇ ਚੋਂ ਰਿਫਲੈਕਟ ਪੈਦਾ ਹੁੰਦਾ, ਉਹਦੇ ਚੋਂ ਪ੍ਰਤੀਬਿੰਬ ਪੈਦਾ ਹੁੰਦਾ, ਔਰ ਉਹਦੇ ਚੋਂ ਨਿਕਲੀ ਹੋਈ ਰੋਸ਼ਨੀ ਸ਼ੀਸ਼ੇ ਦੇ ਵਿੱਚੋਂ ਜਦੋਂ ਕਿਸੇ ਕੱਪੜੇ ਤੱਕ ਚਲੀ ਜਾਂਦੀ, ਉਹਨੂੰ ਅਗਨੀ ਵੀ ਲਾ ਸਕਦੀ ਹੈ। ਹੁਣ ਸੂਰਜ ਨੇ ਕੀ ਸ਼ੀਸ਼ੇ ਤੇ ਖਾਸ ਆਪਣਾ ਪ੍ਰਕਾਸ਼ ਕੀਤਾ? ਨਹੀਂ, ਉਹ ਸ਼ੀਸ਼ੇ ਦੀ ਖਾਸੀਅਤ ਹੈ ਕਿ ਉਹਨੇ ਸੂਰਜ ਦੀ ਉਸ ਰੋਸ਼ਨੀ ਨੂੰ ਕਿਸ ਪ੍ਰਕਾਰ ਨਾਲ ਗ੍ਰਹਿਣ ਕੀਤਾ। ਗੁਰੂ ਸਾਹਿਬ ਦੀ ਪ੍ਰਸੰਨਤਾ ਸਭ ਤੇ ਇੱਕ ਸਮਾਨ ਹੈ, ਪਰ ਕੋਈ ਵਿਸ਼ੇਸ਼ ਪਾਤਰ ਬਣ ਕੇ ਸਤਿਗੁਰਾਂ ਦੀ ਵਿਸ਼ੇਸ਼ ਕਿਰਪਾ ਦਾ ਪਾਤਰ ਬਣ ਜਾਂਦਾ ਹੈ, ਭਾਂਡਾ ਬਣ ਕੇ। ਤੋ ਜਿਸ ਤੇ ਸਤਿਗੁਰੂ ਜੀ ਵਿਸ਼ੇਸ਼ ਕਰਕੇ ਪ੍ਰਸੰਨ ਹੁੰਦੇ ਆ ਨਾ, ਉਹਨੂੰ ਫਿਰ ਕੋਈ ਵਿਘਨ ਨਹੀਂ ਵਿਆਪਦਾ। ਕਛ ਵਿਘਨ ਨਾ ਥੀਆ, ਉਹਨੂੰ ਕਿਸੇ ਵੀ ਪ੍ਰਕਾਰ ਦਾ ਵਿਘਨ ਨਹੀਂ ਵਿਆਪਦਾ। ਜਾ ਕਾ ਅੰਗ ਦਇਆਲ ਪ੍ਰਭ, ਤਾ ਕੀ ਸਭ ਦਾਸ। ਜਿਸ ਦਾ ਪੱਖ ਦਿਆਲੂ ਪ੍ਰਭੂ ਜੀ ਕਰਦੇ ਨੇ, ਜਿਸ ਦਾ ਅੰਗ ਦਾ ਇੱਥੇ ਮਤਲਬ ਹੁੰਦਾ ਪੱਖ ਕਰਨਾ, ਜਾਂ ਆਪਾਂ ਕਹਿੰਦੇ ਨਾ ਵੱਲ ਖਲੋਤੇ ਨੇ, ਜਿਸ ਦੇ ਵੱਲ ਦਿਆਲੂ ਪ੍ਰਭੂ ਜੀ ਹਨ, ਸਾਰੀ ਦੁਨੀਆ ਉਹਨਾਂ ਦੀ ਦਾਸ ਹੋ ਜਾਂਦੀ ਹੈ। ਜਾ ਕਾ ਅੰਗ ਦਿਆਲ ਪ੍ਰਭ, ਤਾਂ ਕੇ ਸਭ ਦਾਸ। ਜਿਹਦਾ ਪੱਖ ਉਹ ਦਿਆਲੂ ਪ੍ਰਭੂ ਜੀ ਕਰਦੇ ਹਨ, ਸਾਰੀ ਦੁਨੀਆ ਉਹਨਾਂ ਦੀ ਦਾਸ ਹੋ ਜਾਂਦੀ ਹੈ, ਉਹਨਾਂ ਦੀ ਸੇਵਕ ਹੋ ਜਾਂਦੀ ਹੈ। ਸਦਾ ਸਦਾ ਵਡਿਆਈਆ, ਨਾਨਕ ਗੁਰ ਪਾਸ। ਮੇਰੇ ਗੁਰੂ ਪਾਸ ਸਦਾ ਹੀ ਵਡਿਆਈਆਂ ਹਨ, ਮੇਰੇ ਸਤਿਗੁਰਾਂ ਦੇ ਪਾਸ
ਸਦਾ ਸਦਾ ਵਡਿਆਈਆਂ ਹਨ। ਔਰ ਜਿਸ ਨੂੰ ਬਖਸ਼ਦਾ ਹੈ ਉਸ ਨੂੰ ਉਹਦੀਆਂ ਬਖਸ਼ੀਆਂ ਹੋਈਆਂ ਵਡਿਆਈਆਂ ਪ੍ਰਾਪਤ ਹੋ ਜਾਂਦੀਆਂ ਨੇ।